ਅੱਜ मैं बादलों की ਤੇ ਉਹਨਾਂ ਦੀ ਪ੍ਰਾਈਵੇਟ ਏਜੰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਘਿਨਾਉਣੀ ਕਰਤੂਤ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ ਕਿ 18-19 ਮਈ 2016 ਦੀ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਅੱਗ ਲੱਗ ਜਾਂਦੀ ਹੈ। ਉੱਥੇ ਸਵੇਰੇ ਤੜਕੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਵੀ ਆਉਂਦੀਆਂ ਤੇ ਪੁਲਿਸ ਵਾਲੇ ਵੀ ਆਉਂਦੇ ਆ, ਜਿਨ੍ਹਾਂ ਦੇ ਵਿੱਚ ਇੰਸਪੈਕਟਰ ਅਮਰੀਕ ਸਿੰਘ ਤੇ ਡੀਐਸਪੀ ਪ੍ਰਭਜੋਤ ਨੇ ਜਿਹੜੇ ਉੱਥੇ ਆਉਂਦੇ ਨੇ, ਪਰ ਉਹਨਾਂ ਨੂੰ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾਂਦਾ। ਇਹ ਗੱਲ ਉਹ ਦੋਵੇਂ ਪੁਲਿਸ ਵਾਲੇ ਅੱਜ ਵੀ ਮੰਨਦੇ ਨੇ ਕਿ ਸਾਨੂੰ ਦੇਖਣ ਹੀ ਨਹੀਂ ਦਿੱਤਾ ਗਿਆ। ਤੇ ਸਵੇਰੇ ਪ੍ਰੈਸ ਬਰੀਫਿੰਗ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਬਹੁਤਾ ਨੁਕਸਾਨ ਨਹੀਂ ਹੋਇਆ, 5 ਜਿਹੜੇ ਸਾਡੇ ਸਰੂਪ ਨੇ ਉਹ ਅਗਨ ਭੇਂਟ ਹੋਏ ਨੇ ਤੇ 9 ਜਿਹੜੇ ਨੁਕਸਾਨੇ ਗਏ ਨੇ। ਇਹ ਖਬਰਾਂ ਵੀ ਲੱਗਦੀਆਂ ਅਗਲੇ ਦਿਨ ਤੇ ਮੌਕੇ ਦੇ ਉੱਤੇ ਇੱਕ ਜਾਂਚ ਕਮੇਟੀ ਜਿਹੜੀ ਬਣਾਈ ਜਾਂਦੀ ਹੈ ਗੂੰਗੇ ਬੋਲੇ ਤੇ ਅੰਨਿਆਂ ਦੀ, ਜਿਹਦੇ ਵਿੱਚ ਕੇਵਲ ਸਿੰਘ ਬਾਦਲ, ਰਘੂਜੀਤ ਵਿਰਕ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਬਲਵਿੰਦਰ ਸਿੰਘ ਜੌੜਾ ਤੇ ਡਾਕਟਰ ਰੂਪ ਸਿੰਘ ਹੁੰਦੇ ਨੇ। 19 ਮਈ ਨੂੰ ਕਮੇਟੀ ਦੇ ਮੈਂਬਰ ਗੋਂਦਵਾਲ ਸਾਹਿਬ ਜਾ ਕੇ ਉੱਥੇ ਜਿਹੜੇ ਸਰੂਪ ਨੇ ਉਹਨਾਂ ਦਾ ਸੰਸਕਾਰ ਕਰਨ ਜਾਂਦੇ ਨੇ। ਕੋਈ ਕਹਿੰਦਾ 9 ਸੀਗੇ, ਕੋਈ ਕਹਿੰਦਾ 5 ਸੀਗੇ, ਕੋਈ ਕਹਿੰਦਾ 80 ਸੀਗੇ। ਸੰਸਕਾਰ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰੀ ਹੈ ਕਿ ਅਰਦਾਸ ਤੇ ਪਛਤਾਤਾਪ ਜਿਹੜਾ ਕਰਨਾ ਹੁੰਦਾ ਉਹ ਕੁਝ ਵੀ ਨਹੀਂ ਕੀਤਾ ਗਿਆ ਉੱਥੇ, ਤੇ ਕਿਤੇ ਰਿਕਾਰਡ 'ਚ ਦਰਜ ਨਹੀਂ ਹੈ। ਕੋਈ ਮਤਾ ਪਾਸ ਨਹੀਂ ਕੀਤਾ ਗਿਆ, ਕੋਈ ਸੋਗ ਮਤਾ ਪਾਸ ਨਹੀਂ ਕੀਤਾ ਗਿਆ। ਕੀ ਇਹ ਬੇਅਦਬੀ ਨਹੀਂ ਸੀ? ਕੀ ਉਹ ਕਿਤਾਬਾਂ ਸੀਗੀਆਂ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੀਗੇ ਜਿਨ੍ਹਾਂ ਨੇ ਉਹਨਾਂ ਇਸੇ ਤਰੀਕੇ ਬਿਨਾਂ ਪਛਤਾਤਾਪ ਕੀਤਿਆਂ, ਬਿਨਾਂ ਅਰਦਾਸ ਕੀਤਿਆਂ ਤੇ ਉੱਥੇ ਜਾ ਕੇ ਜਿਹੜਾ ਉੱਥੇ ਸੰਸਕਾਰ ਕਰ ਆਏ। ਜਦ ਕਿ ਗੋਇੰਦਵਾਲ ਸਾਹਿਬ ਕੋਈ ਵੀ ਮਹਾਰਾਜ ਦਾ ਸਰੂਪ ਭਾਵੇਂ ਕਿਸੇ ਦੇ ਘਰੋਂ ਆਉਂਦਾ ਜਿਹਦਾ ਨੁਕਸਾਨ ਹੋ ਜਾਂਦਾ, ਕੋਈ ਅੱਗ ਨਾਲ ਕਿਸੇ ਤਰੀਕੇ ਵੀ ਚਾਹੇ ਬਿਰਧ ਹੋ ਜਾਂਦਾ, ਉਹਦਾ ਇੱਕ ਐਂਟਰੀ ਰਜਿਸਟਰ ਬਣਿਆ ਹੋਇਆ ਜਿਹੜਾ ਉਹਦੇ ਵਿੱਚ ਦਰਜ ਕਰਨਾ ਹੁੰਦਾ ਵੀ ਕਿੱਥੋਂ ਆਇਆ, ਕਿਉਂਕਿ ਅਗਲੇ ਨੇ ਫਿਰ ਲੈਣਾ ਹੁੰਦਾ। ਕਿਤੇ ਕੁਝ ਵੀ ਦਰਜ ਨਹੀਂ ਕੀਤਾ ਜਾਂਦਾ। ਤੇ 26 ਮਈ 2016 ਨੂੰ ਇਹਨਾਂ ਚੋਰਾਂ ਦੀ ਕਮੇਟੀ ਇੱਕ ਰਿਪੋਰਟ ਦਿੰਦੀ ਹੈ 7 ਦਿਨਾਂ ਦੇ ਵਿੱਚ ਹੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਨੁਕਸਾਨ ਹੋਏ ਦਾ ਕੋਈ ਜ਼ਿਕਰ ਨਹੀਂ ਹੁੰਦਾ, ਕੋਈ ਸ਼ੋਕ ਮਤੇ ਦੀ ਗੱਲ ਨਹੀਂ ਹੁੰਦੀ, ਕੋਈ ਕਮੇਟੀ ਉੱਤੇ ਪਛਤਾਤਾਪ ਨਹੀਂ ਕਰਦੀ। ਸਿਰਫ ਉਹਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਭਵਨ ਬਣਨਾ, ਇਹਦੀ ਬਿਲਡਿੰਗ ਬਣਨੀ ਹੈ, ਉਹਦੀ ਉਸਾਰੀ ਦਾ ਜਿਹੜਾ ਮਤਾ ਪਾਸ ਕਰ ਦਿੱਤਾ ਜਾਂਦਾ, ਕਿਉਂਕਿ ਉਹਦੀ ਬਿਲਡਿੰਗ ਦੇ ਵਿੱਚੋਂ ਇਹਨਾਂ ਨੂੰ ਪੈਸੇ ਆਉਣੇ ਸੀਗੇ। ਦੂਜਾ ਤੇ ਇਹਨਾਂ ਦਾ ਕਿਸੇ ਨਾਲ ਥੋਹ ਵਾਸਤਾ ਹੀ ਨਹੀਂ ਸੀਗਾ। ਮੈਂ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਾਰੇ ਇਹ ਸ਼ਬਦ ਜ਼ਰੂਰ ਕਹੂੰਗਾ ਕਿ ਆਪਣਾ ਜ਼ਮੀਰ ਹਲੂਣੋ कि ये बादलों की दलाली नहीं आसान, जो तुसी करते हो ना कि ये बादलों की दलाली नहीं आसान, बस इतना समझ लीजिए एक थूक का दरिया है और चाट के जाना है। कारण की सीगा? पर्दा क्यों पाया गया? क्योंकि 2015 ਦੇ ਵਿੱਚ ਇੱਕ ਪਹਿਲਾਂ ਹੀ ਬੇਅਦਬੀ ਹੋਈ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ, ਜਿਹੜੀ ਪਹਿਲਾਂ ਹੀ ਬਾਦਲਾਂ ਦੇ ਮੱਥੇ ਮੜੀ ਹੋਈ ਸੀ ਇਹਨਾਂ ਦੀ ਸਰਕਾਰ 'ਚ ਤੇ ਇਹਨਾਂ ਵੱਲੋਂ ਕਰਾਈ ਗਈ ਸੀ। ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਸੀਗਾ ਤੇ ਅੱਗੋਂ 6 ਮਹੀਨਿਆਂ ਨੂੰ 2017 ਦੇ ਵਿੱਚ ਜਿਹੜੀਆਂ ਚੋਣਾਂ ਆਉਣ ਵਾਲੀਆਂ ਸੀਗੀਆਂ ਤੇ ਇਹਨਾਂ ਲੋਕਾਂ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਇੰਨੇ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਨੁਕਸਾਨ ਹੋ ਗਿਆ। ਪਰ ਮੈਂ ਫਿਰ ਕਹਿਣਾ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ, ਹੁਣ ਤੇ ਸਾਹਮਣੇ ਆ ਗਿਆ। ਇਹ ਤੀ ਸੀ 14 ਸਰੂਪਾਂ ਦੇ 14 ਜਿਹੜੇ ਗੁਰੂ ਮਹਾਰਾਜ ਦੇ ਸਰੂਪ ਸੀਗੇ ਉਹਨਾਂ ਦੀ ਗੱਲ, ਜਿਹੜੀ ਇਹ ਮੰਨ ਰਹੇ ਆ ਕਿ ਅਗਨ ਭੇਂਟ ਹੋ ਗਏ। ਹੁਣ ਜੋ ਸਾਹਮਣੇ ਆਇਆ 14 ਤੋਂ ਬਾਅਦ 14 ਨਹੀਂ 253 ਸਰੂਪ ਗੁਰੂ ਮਹਾਰਾਜ ਦੇ ਹੋਰ ਚੋਰੀ ਹੋ ਗਏ 2016 ਤੋਂ ਲੈ ਕੇ ਹੁਣ ਤੱਕ, ਜਿਸ ਦੀ ਐਸਜੀਪੀਸੀ ਨੇ ਹੁਣ ਤੱਕ ਸੁਖਬੀਰ ਦੇ ਕਹਿਣ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਪੁਲਿਸ ਕੰਪਲੇਂਟ ਕੀਤੀ। ਇਹ ਸਾਹਮਣੇ ਕਿਸ ਤਰ੍ਹਾਂ ਆਇਆ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਜਿਹੜਾ ਸੁਪਰਵਾਈਜ਼ਰ ਆ ਜਿਹਦੀ ਉੱਥੇ ਡਿਊਟੀ ਸੀਗੀ ਉਸ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ, ਉਹ ਹੁਣ ਰਿਟਾਇਰ ਹੋਇਆ 31 ਮਈ ਨੂੰ ਜਦੋਂ ਉਹਨੇ ਚਾਰਜ ਛੱਡਿਆ ਤੇ ਕਮਲਜੀਤ ਤੋਂ ਸੁਖਬੀਰ ਦੇ ਜ਼ੁਬਾਨੀ ਹੁਕਮਾਂ ਤੇ ਜਿਹੜੇ ਪੁਰਾਣੇ ਗੁਰੂ ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ ਤੇ ਖੁਰਦਬੁਰਦ ਕੀਤੇ ਗਏ ਉਹਨਾਂ ਤੇ ਪਰਦਾ ਪਾਉਣ ਲਈ ਉਹਦੇ ਕੋਲ ਲਿਖਾ ਲਿਆ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ ਕੁੱਲ 267 ਸਰੂਪ ਘੱਟ ਆ ਜਿਨ੍ਹਾਂ ਦੇ ਪੈਸੇ ਮੇਰੇ ਫੰਡ ਚੋਂ ਕੱਟ ਲਏ ਜਾਣ। ਇਹਦੇ ਵਿਰੁੱਧ ਉਹ ਬੰਦੇ ਕੋਲ ਜ਼ਬਰਦਸਤੀ ਲਿਖਾਇਆ ਜਾਂਦਾ। ਇਹਦੇ ਵਿਰੋਧ ਦੇ ਵਿੱਚ ਉਹ ਪ੍ਰਧਾਨ ਐਸਜੀਪੀਸੀ ਨੂੰ ਚਿੱਠੀ ਲਿਖਦਾ ਕਿ ਗਾਇਬ ਕੀਤੇ ਇਹਨਾਂ 3 ਸਾਲਾਂ 'ਚ ਜਿਹੜੇ ਸਰੂਪ ਗਾਇਬ ਹੋਏ ਆ ਪੌਣੇ 300 ਦੇ ਕਰੀਬ, ਉਹ ਮੇਰੇ ਜਿੰਮੇ ਮੜੇ ਜਾ ਰਹੇ ਆ, ਜਦਕਿ ਮੇਰਾ ਤੇ ਇਹਦੇ ਵਿੱਚ ਕਸੂਰ ਹੀ ਕੋਈ ਨਹੀਂਗਾ। ਉਸ ਤੋਂ ਬਾਅਦ ਉਹ ਫਿਰ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਕਰਕੇ ਆਉਂਦਾ ਔਰ ਸਾਰਿਆਂ ਦੇ ਨਾਂ ਦੱਸ ਕੇ ਆਉਂਦਾ ਕਿ ਕਿਹਦੀ ਦੇਖ ਰੇਖ 'ਚ ਗਾਇਬ ਹੋਏ ਔਰ ਕਿਵੇਂ ਜਿਹੜੀ ਸਾਰੀ ਘਟਨਾ ਵਾਪਰੀ ਹੈ। ਸਵਾਲ ਇਹ ਹੈ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਦੇ 267 ਸਰੂਪ ਘੱਟ ਆ ਤੇ ਉਸ ਬੰਦੇ ਕੋਲੋਂ ਪੈਸੇ ਮੰਗਣ ਦੀ ਬਜਾਏ ਤੁਸੀਂ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ, ਜਦ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਚੁੱਕੀ ਆ, ਇਹ ਕਾਨੂੰਨ ਲੈ ਕੇ ਆ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਈਵ ਪਰਸਨ ਮੰਨਿਆ ਜਾਂਦਾ ਹੈ।
फिर परचा क्यों नहीं दर्ज किया गया? 267 ਸਰੂਪ ਜਿਹੜੇ ਉੱਥੋਂ ਮਿਸਿੰਗ ਆ। ਤੇ ਜੇ ਪੈਸੇ ਜਾਂ ਭੇਟਾਂ ਜਮ੍ਹਾਂ ਕਰਾਉਣ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਘਾਟਾ ਪੂਰਾ ਹੋ ਸਕਦਾ, ਫਿਰ ਸਾਰੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੀ ਲੋੜ ਸੀਗੀ? ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਚ ਹੋਈ ਬੇਅਦਬੀ ਦੇ ਵੀ ਪੈਸੇ ਜਮ੍ਹਾਂ ਕਰਾ ਲੈਂਦੇ, ਮੁਕਾ ਲੈਂਦੇ 2100 ਭੇਟਾਂ ਲੈ ਕੇ। ਕਿਉਂ ਸਾਰੇ ਪੰਜਾਬ ਦੇ ਵਿੱਚ 1 ਮਹੀਨਾ ਤੁਸੀਂ ਲਾਂਬੂ ਲੱਗਣ ਦਿੱਤਾ? ਇਹਦੇ ਨਾਲ ਮੈਂ ਕਮਲਜੀਤ ਜਿਹੜਾ ਰਿਟਾਇਰ ਹੋਇਆ ਉਹਨੂੰ ਵੀ ਪੁੱਛਣਾ ਚਾਹਣਾ ਕਿ ਤੇਰਾ ਜ਼ਮੀਰ ਹੁਣ ਜਾਗਿਆ? ਇੰਨੇ ਸਾਲਾਂ ਬਾਅਦ 80 ਹਜ਼ਾਰ ਰੁਪਈਆ ਤੋਂ ਤਨਖਾਹ ਲੈਂਦਾ ਰਿਹਾ, ਲੱਖਾਂ ਰੁਪਈਆ ਤੋਂ ਹੁਣ ਲਾਸਟ 'ਚ ਬੈਨੀਫਿਟ ਆਪਣੇ ਜਿਹੜੇ ਲੈਣੇ ਸੀਗੇ, ਜਦੋਂ ਤਨਖਾਹ ਲੈਂਦਾ ਸੀ ਗੁਰੂ ਮਹਾਰਾਜ ਦੇ ਘਰੋਂ ਤੇਰਾ ਟੱਬਰ ਪਲਦਾ ਸੀਗਾ, ਉਦੋਂ ਤੇਰਾ ਜ਼ਮੀਰ ਕਿੱਥੇ ਸੀਗਾ? ਅੱਜ ਕਿਉਂ ਤੂੰ ਕੰਪਲੇਂਟ ਕਰਨ ਗਿਆ? ਜਾਂ ਤੇ ਆਪਣੇ ਪੈਸਿਆਂ ਲਈ ਕਰਨ ਗਿਆ ਤੇ ਜਾਂ ਤੈਨੂੰ ਇਹ ਸੀਗਾ ਕਿ ਸੰਗਤ ਨੇ ਮਾਫ ਨਹੀਂ ਕਰਨਾ, ਸਾਰੀ ਬਿਰਤਾ ਤੇਰੇ ਗੱਲ ਨਾ ਮੜੀ ਜਾਵੇ 267 ਗੁਰੂ ਮਹਾਰਾਜ ਦੇ ਸਰੂਪਾਂ ਦੀ, ਤੇ ਤਾਂ ਤੂੰ ਉੱਥੇ ਕੰਪਲੇਂਟ ਦਾ ਆਪਣੀ ਲਿਖਾ ਕੇ ਆਇਆ ਵਾ। ਮੈਂ ਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਕਿ ਸਭ ਤੋਂ ਪਹਿਲਾਂ ਇਸ ਬੰਦੇ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ। ਇਹਨੇ ਵੀ ਆਪਣੀ ਡਿਊਟੀ 'ਚ ਕੁਤਾਹੀ ਕੀਤੀ ਆ, ਕਿਹਦੇ ਕਹਿਣ ਦੇ ਉੱਤੇ ਭੇਜੇ ਆ। ਇੱਥੇ ਮੈਂ ਵੀ ਦੱਸ ਦਿਆਂ ਕਿ ਜਿਸ ਕੰਮ ਲਈ ਕੱਲਾ ਕਮਲਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ, ਹਰ ਸਾਲ SGPC ਦਾ ਇੱਕ ਆਡਿਟ ਹੁੰਦਾ, ਹਰ ਚੀਜ਼ ਉੱਥੇ ਗਿਣੀ ਜਾਂਦੀ ਆ, ਕੱਲੀ ਚੀਜ਼ ਦੀ ਗਿਣਤੀ ਹੁੰਦੀ ਆ ਹਰ ਸਾਲ। ਇਹਦੇ ਨਾਲ ਹਰ 3 ਮਹੀਨੇ ਬਾਅਦ ਇੱਕ ਇੰਟਰਨਲ ਆਡਿਟ ਹੁੰਦਾ, ਜਿਹਦੇ ਵਿੱਚ ਹਰ ਚੀਜ਼ ਦੀ ਪੈਰਵਾਈ ਕੀਤੀ ਜਾਂਦੀ, ਹਰ ਚੀਜ਼ ਤੇ ਦੇਖ-ਰੇਖ ਕੀਤੀ ਜਾਂਦੀ ਆ। ਤੇ ਜਿਸ ਨੂੰ ਸੁਖਬੀਰ ਬਾਦਲ ਦਾ CA, ਜਿਹਨੂੰ ਕੋਹਲੀ ਕਹਿੰਦੇ ਆ, ਮੈਂ ਤੇ ਉਹਨੂੰ ਕੌਲੀ ਚੱਟ ਕਹੂੰਗਾ, ਜਿਹੜਾ ਉਹਦੀ ਟਰਾਂਸਪੋਰਟ ਵੀ ਵੇਖਦਾ, ਉਹਦੇ ਹੋਟਲਾਂ ਦਾ ਵੀ ਆਡਿਟ ਕਰਦਾ ਸਾਰਾ, ਉਹਦੇ ਕਹਿਣ ਦੇ ਉੱਤੇ ਕੀਤਾ ਜਾਂਦਾ ਵਾ। ਤੇ ਜੇ ਸੁਖਬੀਰ ਇਨਵੋਲਵ ਨਹੀਂ ਸੀਗਾ ਇਸ ਘਟਨਾ ਦੇ ਵਿੱਚ, ਗੁਰੂ ਮਹਾਰਾਜ ਦੇ ਸਰੂਪ ਗਾਇਬ ਕਰਨ ਦੇ ਵਿੱਚ, ਤੇ ਫਿਰ 4 ਸਾਲ 'ਚ ਇਸ ਕਮਲਜੀਤ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਹ ਗੱਲ ਕਮਲਜੀਤ ਨੇ ਖੁਦ ਕਬੂਲੀ ਆਪਣੀਆਂ ਕੰਪਲੇਂਟਸ ਦੇ ਵਿੱਚ, ਜਿਹੜੀ ਉਹਨੇ ਪ੍ਰਧਾਨ ਨੂੰ ਵੀ ਲਿਖੀ ਆ ਤੇ ਪੁਲਿਸ ਕਮਿਸ਼ਨਰ ਨੂੰ ਵੀ ਲਿਖੀ ਆ, ਕਿ ਜੇ ਮੈਂ ਕਸੂਰਵਾਰ ਸੀਗਾ ਫਿਰ ਤੇ ਮੈਂ ਛੋਟਾ ਜਿਹਾ ਪਿਆਦਾ ਸੀਗਾ, ਮੇਰੇ ਉੱਤੇ ਉਦੋਂ ਹੀ ਕਾਰਵਾਈ ਕਰ ਦਿੰਦੇ, ਮੇਰੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਿਉਂਕਿ ਇਹ ਲੋਕ ਵਿੱਚ ਇਨਵੋਲਵ ਨੇ। ਮਜ਼ੇਦਾਰ ਗੱਲ ਵੇਖੋ ਤੁਸੀਂ, 267 ਦਾ ਆਰਡਰ ਤੇ ਛੱਡੋ, ਜਿਹੜੇ 267 ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋਏ ਆ, ਜਿਹੜੇ ਇਹ ਮੰਨਣ ਡਏ ਆ ਕਿ 14 ਨੂੰ ਅੱਗ ਲੱਗੀ ਸੀ, ਆਪਣੇ ਵੋਟ ਬੈਂਕ ਤੇ ਆਪਣਾ ਅਕਸ ਠੀਕ ਕਰਨ ਲਈ, ਆਪਣਾ ਅਕਸ ਬਚਾਉਣ ਲਈ, ਉਹ 14 ਵੀ ਅੱਜ ਤੱਕ ਕਿਸੇ ਆਡਿਟ ਰਿਪੋਰਟ ਦੇ ਵਿੱਚ ਨਹੀਂ ਲਿਆਂਦੇ ਗਏ, ਉਹਨਾਂ ਦੀ ਗਿਣਤੀ ਕਿਤੇ ਨਹੀਂ ਪਾਈ ਗਈ। ਹੁਣ ਜਾਂਚ ਕਰਨ ਵਾਲੀ ਗੱਲ ਇਹ ਵੀ ਆ ਕਿ ਇਹ ਸਰੂਪ ਜਿਹੜੇ ਗੁਰੂ ਮਹਾਰਾਜ ਦੇ ਚੋਰੀ ਹੋ ਕੇ ਗਏ ਕਿੱਥੇ? ਆਮ ਬੰਦਾ ਉਹਨੇ ਗੁਰੂ ਮਹਾਰਾਜ ਦਾ ਸਰੂਪ ਲੈਣਾ ਹੋਵੇ ਨਾ, ਜੇ ਉਹ ਮਰਿਆਦਾ ਦੇ ਨਾਲ ਲੈਣਾ ਹੋਵੇ ਮਰਿਆਦਾ ਅਨੁਸਾਰ, ਤੇ ਉਹ ਉੱਥੇ ਅਰਜੀ ਦੇ ਕੇ ਜੋ ਭੇਟਾ ਵਾ ਉਹ ਦੇ ਕੇ ਆਪਣੇ ਘਰ ਲੈ ਕੇ ਜਾ ਸਕਦਾ। SGPC ਮੈਂਬਰ ਕੋ ਉੱਥੇ ਉਹਦੇ ਉੱਤੇ ਰਿਕਮੈਂਡ ਕਰਾ ਕੇ ਉਹਨੂੰ ਤੇ ਵੈਸੇ ਹੀ ਮਿਲ ਸਕਦਾ, ਉਹਨੂੰ ਚੋਰੀ ਕਰਾਉਣ ਦੀ ਕੀ ਲੋੜ ਆ? ਸੁਭਾਵਕ ਆ ਕਿ ਇਹ ਜਿਹੜੇ ਸਰੂਪ ਆ ਉਹਨਾਂ ਲੋਕਾਂ ਤੱਕ ਗਏ ਜਿਹੜੇ ਮਰਿਆਦਾ ਨਾ ਰੱਖਦੇ ਹੋਣ ਤੇ ਜਿਨ੍ਹਾਂ ਨੂੰ ਇਹ ਮਿਲ ਨਾ ਰਹੇ ਹੋਣ, ਜਿਹਦਾ ਖੁਲਾਸਾ ਕੱਲ ਮੇਰਾ ਖਿਆਲ ਸਾਰ ਸੁਖਦੇਵ ਸਿੰਘ ਭੌਰ ਹੋਣਾ ਵੀ ਇੱਕ ਆਪਣੀ ਵੀਡੀਓ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਮੇਰੇ ਹਲਕੇ 'ਚ ਇੱਕ ਡੇਰਾ, ਉਹਨਾਂ ਨੇ 40 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਮੰਗੇ ਸੀਗੇ ਤੇ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਸੀਗਾ, ਮੈਂ ਰਿਕਮੈਂਡ ਨਹੀਂ ਸੀ ਕੀਤਾ ਕਿ ਮਰਿਆਦਾ ਠੀਕ ਨਹੀਂ ਹੈਗੀ ਇਹਨਾਂ ਦੀ, ਪਰ ਮੇਰੇ ਕਹਿਣ ਦੇ ਬਾਵਜੂਦ ਵੀ, ਮਨਾ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ 40 ਗੁਰੂ ਮਹਾਰਾਜ ਦੇ ਸਰੂਪ ਸੁਖਬੀਰ ਬਾਦਲ ਦੇ ਕਹਿਣ ਤੇ ਸਿੱਧੇ ਤੌਰ ਦੇ ਉੱਤੇ ਭੇਜ ਦਿੱਤੇ ਗਏ। ਤੇ ਇਹਦੇ ਨਾਲ 267 ਚੋਂ 40 ਤੇ ਹੋ ਗਏ, ਬਾਕੀ ਕਿਹੜੇ ਡੇਰਿਆਂ ਤੇ ਗਏ, ਕਿੰਨਾ ਲੋਕਾਂ ਨੂੰ ਮਿਲੇ, ਕਿੰਨੇ ਉਹਦੀ ਵਰਤੋਂ ਕੀਤੀ ਜਾਂ ਉਹਦੀ ਕੋਈ ਦੁਰਵਰਤੋਂ ਕਰ ਰਿਹਾ। ਕਿਉਂਕਿ ਡੇਰੇ ਸਿਰਸੇ ਵਾਲੇ ਨੂੰ ਵੀ ਤੇ ਉਹਦੇ ਪੈਰੋਕਾਰਾਂ ਨੂੰ ਵੀ ਗੁਰੂ ਮਹਾਰਾਜ ਦੇ ਸਰੂਪ ਨਹੀਂ ਸੀ ਮਿਲਦੇ। ਉਸ ਨੂੰ ਮਾਫੀ ਤੋਂ ਬਾਅਦ ਕਿੰਨੇ ਸਰੂਪ ਦਿੱਤੇ ਗਏ, ਕਿਹੜੀ ਉਹਦੀ ਈਨ ਮੰਨੀ ਗਈ, ਇਹਦੀ ਜਾਂਚ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਇੱਥੇ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਕਹਿਣਾ ਕਿ ਬੁਰਜ ਜਵਾਹਰ ਸਿੰਘ ਤੇ ਬਰਗਾੜੀ 2 ਸਰੂਪਾਂ ਦੀ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀ, ਬੇਅਦਬੀ ਦਾ ਮਸਲਾ ਸੀਗਾ ਜੋ ਅਜੇ ਤੱਕ ਲਮਕ ਰਿਹਾ। ਇੱਥੇ 300 ਦੇ ਕਰੀਬ ਜਿਹੜੇ ਸਰੂਪ ਗਾਇਬ ਹੋ ਗਏ ਆ, 267 ਸਰੂਪ, ਉਹਨਾਂ ਦਾ ਪਰਚਾ ਕਦੋਂ ਦਿਓਗੇ? ਸੁਖਬੀਰ, ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਆਪਣੀ ਹੋਸ਼ ਦੀ ਸਾਰੀ ਸਿਆਸਤ ਤੂੰ 84 ਦੇ ਦੰਗਿਆਂ ਤੇ ਆ ਜਿਹੜੀ ਮੁੰਡਿਆਂ ਦੀ ਨਸਲਕੁਸ਼ੀ ਹੋਈ ਆ, ਪੁਲਿਸ ਨੂੰ ਬੁੱਚੜ ਕਹਿ ਕੇ ਪੁਲਿਸ ਦੇ ਨਾਂ ਤੇ ਵੀ ਇਹ ਲਾਸ਼ਾਂ ਖੁਰਦ-ਬੁਰਦ ਕਰਦੀ ਰਹੀ ਹੈ, ਬੁੱਚੜਿਆ, ਇਹਦੇ ਨਾਂ ਦੇ ਉੱਤੇ ਤੂੰ ਸਾਰੀ ਸਿਆਸਤ ਕੀਤੀ ਆ, ਤੂੰ ਤੇ ਤੇਰੇ ਪਿਓ ਨੇ। ਤੇ ਕੀ ਤੁਸੀਂ ਉਹਨਾਂ ਬੁੱਚੜਾਂ ਤੋਂ ਘੱਟ ਜੇ? ਉਹਨਾਂ ਤੇ ਇਨਸਾਨਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕੀਤੀਆਂ, ਤੁਸੀਂ ਤੇ ਗੁਰੂ ਸਾਹਿਬ ਦੇ ਸਰੂਪ ਹੀ ਖੁਰਦ-ਬੁਰਦ ਕਰ ਦਿੱਤੇ, ਜਿਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਣ ਡਿਆ। ਤੇ ਹੁਣ ਜਦੋਂ ਇਹ ਗੱਲ ਖੁੱਲੀ ਆ, ਇਹ ਰੌਲਾ ਪਿਆ, 30 ਜੂਨ ਨੂੰ ਦੁਬਾਰਾ ਕਮੇਟੀ ਬਣਾ ਦਿੱਤੀ ਗਈ, ਇਹਦੀ ਜਾਂਚ ਕਰੂਗੀ। ਪਹਿਲੀ ਕਮੇਟੀ ਨੇ ਕੁਝ ਨਹੀਂ ਕੀਤਾ, ਉਹਦੀ ਕੋਈ ਰਿਪੋਰਟ ਨਹੀਂ ਆਈ, ਉਦੋਂ ਕੋਈ ਪਰਚਾ ਦਰਜ ਨਹੀਂ ਹੋਇਆ। ਆ 30 ਜੂਨ ਨੂੰ ਆ ਜਿਹੜੀ 3-4 ਦਿਨ ਪਹਿਲਾਂ ਫਿਰ ਕਮੇਟੀ ਬਣਾ ਦਿੱਤੀ ਆ,
ਪਹਿਲੀ ਗੱਲ ਤੇ ਕਿ ਚੋਰ ਆਪਣੀ ਜਾਂਚ ਆਪ ਹੀ ਕਰੂਗਾ। ਪਹਿਲਾਂ ਮੈਨੂੰ ਇਹ ਦੱਸੋ ਕਿ 19 ਮਈ 2016 ਨੂੰ ਕਮੇਟੀ ਬਣੀ ਸੀ, ਉੱਥੋਂ ਉਦੋਂ ਦੀ ਸੀਸੀਟੀਵੀ ਫੁਟੇਜ ਕੀ ਉਹਦੀ ਫੋਰੈਂਸਿਕ ਜਾਂਚ ਕਰਾਈ ਗਈ ਵੀ ਅੱਗ ਕਿਹੜੇ ਕਾਰਨਾਂ ਕਰਕੇ ਲੱਗੀ, ਕਿਉਂ ਹੋਇਆ? ਉੱਥੇ ਤੇ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਹੁਣ ਨਵੀਂ ਕਮੇਟੀ ਤੁਹਾਡੀ ਕੀ ਕਰੂਗੀ? ਆਪਣੀਆਂ ਕਾਲੀਆਂ ਕਰਤੂਤਾਂ ਤੇ ਪਰਦੇ ਪਾਉਣ ਲਈ ਤੁਸੀਂ ਆਪੋ ਆਪਣੀਆਂ ਕਮੇਟੀਆਂ ਬਣਾ ਕੇ ਆਪਣੇ ਆਪ ਨੂੰ ਕਲੀਨ ਚਿੱਟ ਦਿੰਦੇ ਹੋ ਤੇ ਜਾਂ ਇਹਨਾਂ ਨੂੰ ਠੰਡੇ ਬਸਤੇ 'ਚ ਪਾ ਦਿੰਦੇ ਹੋ। ਰਿਜ਼ਲਟ ਕਦੀ ਵੀ ਕਿਸੇ ਕਮੇਟੀ ਦਾ ਕੁਝ ਨਹੀਂ ਆਇਆ। ਮੈਂ ਉਂਗਲਾਂ ਤੇ ਗਿਣਾ ਦਿੰਦਾ ਤੁਹਾਨੂੰ। ਇੱਕ ਬੀਬੀ ਪਾਕਿਸਤਾਨ ਰਹਿ ਗਈ ਸੀਗੀ, ਉਹਦੇ ਤੇ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਮੈਂ ਘਿਓ ਦਾ ਘਪਲਾ ਕੱਢਿਆ ਸੀ, ਉੱਤੇ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਮੈਂ ਟੈਂਟ ਦਾ ਘਪਲਾ ਕੱਢਿਆ ਸੀ ਜਿਸ 'ਚ 12-13 ਕਰੋੜ ਰੁਪਈਆ ਖਾ ਗਏ, ਉਹਦਾ ਕੀ ਬਣਿਆ ਉਸ ਕਮੇਟੀ ਦਾ? ਨੰਬਰ 4, ਖੰਡ ਪਾਠ ਸਾਹਿਬ ਦੀ ਬੁਕਿੰਗ ਦੇ ਉੱਤੇ ਕਮੇਟੀ ਬਣੀ ਵੀ ਹੇਰਾ ਫੇਰੀ ਨਾਲ ਪੈਸੇ ਲੈ ਕੇ ਵਾਰੀ ਪਹਿਲਾਂ ਲਿਆ ਦਿੰਦੇ ਨੇ, ਉਹਦੀ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਨੰਬਰ 5, ਚੰਦੋਆ ਸਾਹਿਬ ਦੀ ਖਰੀਦ ਦੇ ਉੱਤੇ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਨੰਬਰ 6, ਬਠਿੰਡੇ ਤੁਸੀਂ ਕਿਸੇ ਨੂੰ ਜ਼ਮੀਨ ਸ਼ਿਫਟ ਕਰ ਦਿੱਤੀ, ਉਹਦੇ ਤੇ ਕਮੇਟੀ ਬਣੀ, ਉਹਦਾ ਕੀ ਬਣਿਆ? ਨੰਬਰ 7, ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ ਦੇ ਉੱਤੇ ਸੁਖਬੀਰ ਬਾਦਲ ਦਾ ਲਗਾਤਾਰ ਕਬਜ਼ਾ ਚੱਲਿਆ ਆ ਰਿਹਾ, ਹੋਰ ਕਿਸੇ ਨੂੰ ਉੱਥੇ ਪਾਠ ਨਹੀਂ ਕਰਾਉਣ ਦਿੱਤਾ ਜਾਂਦਾ ਤੇ ਜਦੋਂ ਸ਼ਿਕਾਇਤਾਂ ਹੋਈਆਂ ਉਹਦੇ ਤੇ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਨੰਬਰ 8, ਗੁਰੂ ਘਰਾਂ ਦੇ ਪੈਸੇ ਚੋਰੀ ਕਰਨ ਦੇ ਉੱਤੇ, ਗੋਲਕਾਂ ਦੇ ਪੈਸੇ ਚੋਰੀ ਕਰਨ ਦੇ ਉੱਤੇ ਕਈ ਕਮੇਟੀਆਂ ਬਣੀਆਂ, ਉਹਦਾ ਕੀ ਬਣਿਆ ਅੱਜ ਤੱਕ? ਨੰਬਰ 9, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੋਨੇ ਦੇ ਛੱਬੇ ਚੋਰੀ ਹੋ ਗਏ ਜਿਹੜੇ ਅੱਜ ਤੱਕ ਨਹੀਂ ਲੱਭੇ, ਉਹਦੇ ਤੇ ਕਮੇਟੀ ਬਣੀ, ਉਹਦਾ ਕੀ ਬਣਿਆ ਅੱਜ ਤੱਕ? ਨੰਬਰ 10, ਸੁਖਬੀਰ ਤੇਰੀ ਇੱਕ ਹੋਰ ਜਿਹੜੀ ਕਰਤੂਤ ਆ ਮੈਂ ਲੋਕਾਂ ਨੂੰ ਦੱਸਣ ਲੱਗਾ, ਜਿਹੜੀ ਅੱਗੇ ਵੀ ਕਈ ਵਾਰੀ ਅਖਬਾਰਾਂ 'ਚ ਛਪ ਚੁੱਕੀ ਆ ਕਿ 1984 ਬਲੂ ਸਟਾਰ ਆਪਰੇਸ਼ਨ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਜਿਹੜਾ ਸਰਕਾਰ ਲੈ ਗਈ ਸੀ, ਤੂੰ ਡੈਲੀਗੇਸ਼ਨ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਿਆ ਕਿ ਸਮਾਨ ਜਿਹੜਾ ਸਾਡਾ ਸਾਨੂੰ ਵਾਪਸ ਦਿੱਤਾ ਜਾਵੇ। ਉਹ ਅੱਗੋਂ ਕਹਿੰਦੇ ਆ ਕਿ ਅਸੀਂ ਸਾਰਾ ਸਮਾਨ ਜਿਹੜਾ ਤੁਹਾਨੂੰ ਵਾਪਸ ਦੇ ਚੁੱਕੇ, ਉਹਨਾਂ ਰਿਸੀਵਿੰਗ ਤੱਕ ਵਿਖਾਈ ਆ, ਤੇ ਜੇ ਕੋਈ ਰਹਿ ਗਿਆ, ਜੇ ਨਹੀਂ ਮਿਲਿਆ, ਉਹਦੀ ਲਿਸਟ ਸਾਨੂੰ ਬਣਾ ਕੇ ਦੇ ਦਿਓ, ਉਹ ਵੀ ਅਸੀਂ ਤੁਹਾਨੂੰ ਭੇਜ ਦਿਆਂਗੇ ਜਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਚੋਰੋ, ਤੁਹਾਡੇ ਕੋਲ ਤੇ 1 ਸਾਲ ਦੇ ਵਿੱਚ ਉਹ ਲਿਸਟ ਨਹੀਂ ਬਣੀ ਕਿਉਂਕਿ ਉਹ ਸਮਾਨ ਤੁਸੀਂ ਕਰੋੜਾਂ ਰੁਪਏ ਲੈ ਕੇ ਵਿਦੇਸ਼ਾਂ 'ਚ ਵੇਚ ਚੁੱਕੇ ਹੋ, ਜਿਨ੍ਹਾਂ 'ਚ ਹੱਥ ਲਿਖਤ ਸਰੂਪ, ਹੁਕਮਨਾਮੇ ਤੇ ਕਈ ਪੋਥੀਆਂ ਸ਼ਾਮਲ ਸਨ ਤੇ ਹਰ ਵਾਰੀ ਬੜੀ ਦੁਨੀਆ ਨੇ ਰੌਲਾ ਪਾਇਆ ਤੇ ਅਖਬਾਰਾਂ 'ਚ ਛਪ ਚੁੱਕਾ। ਤੁਹਾਡੇ ਕੋਲ ਲਿਸਟ ਤੱਕ ਨਹੀਂ ਭੇਜੀ ਗਈ। ਉੱਥੇ ਕਿੱਥੇ ਆ ਕਮੇਟੀ? ਕਿਉਂ ਨਹੀਂ FIR ਦਰਜ ਕਰਾਈ ਗਈ ਜੇ ਸਮਾਨ ਗੁੰਮਿਆ ਤੇ? ਕਿਉਂਕਿ ਚੋਰ ਹੀ ਤੂੰ ਹੈ ਤੇ ਤੇਰੇ ਖਿਲਾਫ ਜਾਂਚ ਕੌਣ ਕਰੂਗਾ? ਇਹ ਜਿੰਨੇ ਕਮੇਟੀ ਤੂੰ ਆਪਣੇ ਦਲਾਲ ਬਿਠਾਏ ਆ ਨਾ, ਉਹ ਗੁਰੂ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਉਹ ਤੈਨੂੰ ਤੇ ਤੇਰੇ ਪਿਓ ਨੂੰ ਆਪਣਾ ਗੁਰੂ ਮੰਨਦੇ ਆ। ਮੈਂ ਰੌਲਾ ਪਾਉਣਾ ਨਾ ਜਦੋਂ ਤੁਹਾਡੇ ਪਰਦੇ ਖੋਲਦਾ, ਤੁਹਾਨੂੰ ਪੀੜ ਤੇ ਬੜੀ ਹੁੰਦੀ ਆ, ਪਰ ਸੱਚ ਬੋਲਣੋਂ ਮੇਰੇ ਕੋ ਰਿਹਾ ਨਹੀਂ ਜਾਂਦਾ ਕਿ ਬੋਲਤਾ ਹੂੰ तो इल्जाम बगावत का, चुप रहूं तो बड़ी बेबसी सी होती है। मैं सुखबीर बादल ਨੂੰ ਪੁੱਛਣਾ ਚਾਹੁੰਦਾ ਕਿ ਉਹ ਬੇਅਦਬੀ ਤੇ ਬਾਹਰ ਹੋਈ ਸੀ ਜਿਹੜੀ 2 ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਸੀਗੀ, ਜਿਸ ਕਰਕੇ 1 ਮਹੀਨਾ ਸਾਰਾ ਪੰਜਾਬ ਬੰਦ ਰਿਹਾ ਸੀਗਾ ਔਰ ਅੱਗ ਝੁਲਸਦੀ ਰਹੀ ਸੀ ਪੰਜਾਬ ਦੇ ਵਿੱਚ। ਇਹ ਬੇਅਦਬੀ ਤੇ ਚੋਰੀ ਤੇ SGPC ਦੇ ਅੰਦਰ ਹੋਈ ਆ ਜਿੱਥੇ ਤੇਰਾ ਕਬਜ਼ਾ ਵਾ। ਕੀ ਹੁਣ ਵੀ ਤੂੰ ਜ਼ਿੰਮੇਵਾਰ ਹੈਗਾ ਕਿ ਨਹੀਂ ਹੈਗਾ ਬਰਗਾੜੀ ਦੇ ਉੱਤੇ? ਤੇ ਤੂੰ ਇਹ ਕਹਿੰਦਾ ਸੀਗਾ ਕਿ ਜਿੰਨੇ ਬੇਅਦਬੀ ਕਰਾਈ ਆ ਉਹਦਾ ਕੱਖ ਨਾ ਰਵੇ, ਉਹਦੇ ਪੱਲੇ ਹੀ ਕੱਖ ਨਾ ਰਵੇ, ਗੁਰੂ ਮਹਾਰਾਜ ਉਹਦਾ ਨਾਸ਼ ਹੀ ਕਰ ਦੇਣ। ਤੇ ਇਸ ਬੇਅਦਬੀ ਬਾਰੇ 267 ਜਿਹੜੇ ਗੁਰੂ ਸਾਹਿਬ ਦੇ ਸਰੂਪ ਖੁਰਦ-ਬੁਰਦ ਕੀਤੇ ਆ, ਇਹਦੇ ਬਾਰੇ ਕੀ ਕਹੇਗਾ? ਇਹਦੇ ਤੇ ਵੀ ਆਪਣੀ ਗਲਤੀ ਤੇ ਜ਼ਿੰਮੇਵਾਰੀ ਮੰਨੇਗਾ ਕਿ ਨਹੀਂ ਮੰਨੇਗਾ? ਸਾਰੇ ਸਰੂਪਾਂ ਦੇ ਉੱਤੇ ਮੈਂ ਦੱਸ ਦਵਾਂ ਨੰਬਰਿੰਗ ਹੁੰਦੀ ਆ, ਸਰੂਪ ਕਿੱਥੇ ਗਏ, ਕਿੰਨੇ ਚੋਰੀ ਕੀਤੇ, ਲੱਭਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕੀਤੀ ਤੁਸੀਂ। ਨਹੀਂ ਤੇ ਮੈਂ ਤੈਨੂੰ ਕਹਿਣਾ ਗਲਤੀ ਮੰਨ ਆਪਣੀ। ਜੇ ਆਪਣੀ ਗਲਤੀ ਨਹੀਂ ਨਾ ਮੰਨਣੀ ਤੇ ਬਾਬਾ ਬੁੱਲੇ ਸ਼ਾਹ ਦੀਆਂ ਲੈਣਾ ਯਾਦ ਰੱਖੀ, ਗੁਰੂ ਸਾਹਿਬ ਨਾਲ ਧੋਖਾ ਕਰਨ ਵਾਲਿਆ, ਗੁਰੂ ਸਾਹਿਬ ਦੇ ਸਰੂਪ ਖੁਰਦ-ਬੁਰਦ ਕਰਨ ਵਾਲਿਆ, ਕਿ ਸੁਖਬੀਰ ਚਾਦਰ ਮੈਲੀ ਤੇ ਸਾਬਣ ਥੋੜਾ, ਬੈਠ ਕਿਨਾਰੇ ਧੋਵੇਂਗਾ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫਿਰ ਰੋਵੇਂਗਾ। ਅਖੀਰ 'ਚ ਮੇਰੀ ਬੇਨਤੀ ਆ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕਿ ਤੁਸੀਂ ਵਿਧਾਨ ਸਭਾ 'ਚ ਕਾਨੂੰਨ ਲੈ ਕੇ ਆਏ ਸੀਗੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਬਣਾਇਆ ਸੀਗਾ ਤੁਸੀਂ, ਉਹਦੇ ਉੱਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਫਿਲਹਾਲ ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਜਿਹੜੇ ਵਿੱਚ ਆਈ ਜਾਣ ਉਹਨਾਂ ਨੂੰ ਲੈਂਦਾ ਜਾਵੇ। ਨਹੀਂ, ਜੇ ਤੁਸੀਂ ਪਰਚਾ ਨਹੀਂ ਦਰਜ ਕਰਨਾ ਚਾਹੁੰਦੇ ਤੇ ਇਹਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਹੀ ਪਹਿਲੀਆਂ ਜਾਂਚਾਂ ਦੇ ਨਾਲ ਹੀ ਅਟੈਚ ਕਰ ਦਿਓ। ਔਰ ਮੈਂ ਫਿਰ ਇੱਕ ਗੱਲ ਸਪਸ਼ਟ ਕਰ ਦਿਆਂ, ਇਸ ਜਾਂਚ ਨੂੰ ਲੰਮੀ ਚਲਾਉਣ ਦੀ ਲੋੜ ਹੀ ਨਹੀਂ। ਇਹ 267 ਸਰੂਪਾਂ ਦੀ ਜਾਂਚ ਨੂੰ ਇਹਨਾਂ ਤੇ ਕਾਗਜ਼ ਕਾਲੇ ਕਰਨ ਦੀ ਲੋੜ ਨਹੀਂ। ਕੋਈ ਵੀ ਇਹਨਾਂ ਦਾ ਵੱਡਾ ਨੇਤਾ ਫੜ ਲਓ, ਕੋਈ SGPC ਦਾ ਵੱਡਾ ਨੇਤਾ ਫੜ ਲਓ, ਕੋਈ ਅਕਾਲੀ ਦਲ ਦਾ ਵੱਡਾ ਨੇਤਾ ਫੜ ਲਓ,
ਕੋਈ ਐਸਜੀਪੀਸੀ ਦਾ ਵੱਡਾ ਅਹੁਦੇਦਾਰ ਫੜ ਲਓ, ਮੂਧੇ ਕਰਕੇ ਇਹਨਾਂ ਦੇ ਪਿੱਛੇ ਛਿੱਤਰ ਮਾਰੋ। 10 ਛਿੱਤਰਾਂ ਬਾਅਦ 2 ਮਿੰਟਾਂ 'ਚ ਦੱਸ ਦੇਣਗੇ ਵੀ ਸਰੂਪ ਕਿਹਨੂੰ ਦਿੱਤੇ ਆ ਤੇ ਕਿਹਦੇ ਕਹਿਣ ਤੇ ਦਿੱਤੇ ਆ। ਜੇ ਤੁਸੀਂ ਨਹੀਂ ਕਰ ਸਕਦੇ ਤੇ ਸਾਨੂੰ ਇਹਨਾਂ ਦਾ ਕੋਈ ਬੰਦਾ 5 ਮਿੰਟ ਸਾਡੇ ਹਵਾਲੇ ਕਰ ਦਿਓ, ਜਿੰਦਾ ਆਊਗਾ ਬਾਹਰ 5 ਮਿੰਟਾਂ 'ਚ ਤੁਹਾਨੂੰ ਬਕਾ ਕੇ ਦੱਸ ਦਿਆਂਗੇ ਕਿ ਕਿੱਥੇ ਭੇਜੇ, ਕਿਹੜੇ ਡੇਰਿਆਂ ਦੇ ਉੱਤੇ ਸਰੂਪ ਭੇਜਦੇ ਰਹੇ ਆ, ਕਿਹੜੇ ਪੰਥ ਦੋਖੀਆਂ ਨੂੰ ਸਰੂਪ ਭੇਜਦੇ ਰਹੇ ਆ। ਔਰ ਮੈਂ ਤੁਹਾਨੂੰ ਕਹਿਣਾ ਕੈਪਟਨ ਸਾਹਿਬ ਕਿ ਗੁਰੂ ਦਾ ਸਿੱਖ ਹੋਣ ਦੀ ਜ਼ਿੰਮੇਵਾਰੀ ਨਿਭਾਓ। 6ਵੇਂ ਪਾਤਸ਼ਾਹ ਨੇ ਤੁਹਾਨੂੰ ਅਸ਼ੀਰਵਾਦ ਦਿੱਤਾ ਸੀਗਾ ਤੁਹਾਡੇ ਪਿੰਡ ਆ ਕੇ ਤੁਹਾਡੇ ਪਰਿਵਾਰ ਨੂੰ, ਉਸ ਅਸ਼ੀਰਵਾਦ ਦੇ ਬਦਲੇ ਤਿਲ ਫੁੱਲ ਜਿਹੜਾ ਉਹ ਚੁਕਾਓ, ਇਹ ਸਾਰੇ ਸਰੂਪ ਬਰਾਮਦ ਕਰਕੇ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰੋ। ਅਖੀਰ 'ਚ ਮੈਂ ਤੁਹਾਨੂੰ ਫਿਰ ਕਹਿਣਾ, ਜੇ ਤੁਹਾਡੀ ਨੀਅਤ ਹੋਵੇ ਕੈਪਟਨ ਸਾਹਿਬ ਤੇ 2 ਮਿੰਟ ਨਹੀਂ ਲਾਉਣੇ ਤੁਸੀਂ ਇਹਨਾਂ ਨੂੰ ਫੜਨ ਲੱਗਿਆ, ਤੇ ਜੇ ਨੀਅਤ ਹੋਣੀ ਨਹੀਂ ਤੇ ਫਿਰ ਜਿੱਦਾਂ ਬਾਈਬਲ ਤੇ ਬਰਗਾੜੀ ਦੀ ਜਾਂਚ 3 ਸਾਲਾਂ ਤੋਂ ਕਾਗਜ਼ਾਂ ਚੱਲੀ ਜਾਂਦੀ ਆ, ਇਹਦਾ ਵੀ ਕੁਝ ਨਹੀਂ ਬਣਨਾ। ਫਿਰ ਤੇ ਮੈਂ ਤੁਹਾਡੀ ਬਾਈਬਲ ਬਰਗਾੜੀ ਜਾਂਚ ਤੋਂ ਬਾਅਦ ਹੋਣ ਵਾਲੀ ਘਟਨਾ ਤੇ ਵੀ ਇਹੋ ਕਹਿਣ ਲਈ ਮਜਬੂਰ ਹੋਊਂਗਾ ਕਿ ਹਮੇ ਖਬਰ ਹੈ ਲੁਟੇਰੋं के सब ठिकानों की, हमें खबर है लुटेरों के सब ठिकानों की, शरीके जुर्म ना होते तो मुखबरी करते।